ਵੱਡੀ ਖਬਰ ਇਸ ਵੇਲੇ ਦੀ ਸੁੰਦਰ ਸ਼ਾਮ ਅਰੋੜਾ ਦੇ ਵੱਲੋਂ ਜੋ 50 ਲੱਖ ਰੁਪਏ ਰਿਸ਼ਵਤ ਦੇਣ ਦੇ ਲਈ ਲਿਆਂਦੇ ਗਏ ਸੀ। ਸੂਤਰਾਂ ਦੇ ਮੁਤਾਬਕ ਮੋਹਾਲੀ ਦੇ ਇੱਕ ਵੱਡੇ ਬਿਲਡਰ ਤੋਂ ਲਏ ਗਏ ਸੀ। ਵੱਡੇ ਬਿਲਡਰ ਦੇ ਵੱਲੋਂ ਇੰਤਜ਼ਾਮ ਕੀਤਾ ਗਿਆ ਸੀ ਤੇ ਉਸ ਵੱਡੇ ਬਿਲਡਰ ਨੂੰ ਤਲਬ ਕੀਤਾ ਗਿਆ ਹੈ। ਇੱਕ ਹੋਰ ਵੱਡੀ ਖਬਰ ਇਸੇ ਕੇਸ ਦੇ ਨਾਲ ਜੁੜੀ ਹੋਈ ਹੁਸ਼ਿਆਰਪੁਰ ਦੇ ਵਿੱਚ ਸੁੰਦਰ ਸ਼ਾਮ ਅਰੋੜਾ ਦੇ ਘਰ ਛਾਪੇਮਾਰੀ ਹੋ ਰਹੀ ਹੈ। ਵਿਜੀਲੈਂਸ ਦੇ ਕਈ ਘੰਟਿਆਂ ਤੱਕ ਘਰ ਦੀ ਤਲਾਸ਼ੀ ਲਈ ਹੈ। ਅਰੋੜਾ ਦੇ ਘਰੋਂ ਨੋਟ ਗਿਣਨ ਵਾਲੀ ਮਸ਼ੀਨ ਵੀ ਬਰਾਮਦ ਹੋਈ ਹੈ। ਨੋਟ ਗਿਣਨ ਵਾਲੀ ਮਸ਼ੀਨ ਦੀ ਮੈਮਰੀ ਵੀ ਚੈੱਕ ਕੀਤੀ ਜਾ ਰਹੀ ਹੈ। ਕੁਝ ਅਹਿਮ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਨੇ। ਛਾਪੇਮਾਰੀ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ ਹੈ। ਪ੍ਰਾਪਰਟੀ ਦੀ ਜਾਣਕਾਰੀ ਵੀ ਵਿਜੀਲੈਂਸ ਦੇ ਵੱਲੋਂ ਜੁਟਾਈ ਜਾ ਰਹੀ ਹੈ। ਤਾਂ ਉਹਨਾਂ ਦੇ ਘਰ ਤੇ ਛਾਪੇਮਾਰੀ ਕੀਤੀ ਗਈ ਹੈ। ਹੁਸ਼ਿਆਰਪੁਰ ਦੇ ਵਿੱਚ ਸੁੰਦਰ ਸ਼ਾਮ ਅਰੋੜਾ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਕਈ ਘੰਟਿਆਂ ਤੱਕ ਘਰ ਦੀ ਤਲਾਸ਼ੀ ਲਈ ਹੈ। ਨੋਟ ਗਿਣਨ ਵਾਲੀ ਮਸ਼ੀਨ ਬਰਾਮਦ ਹੋਈ ਹੈ। ਮੈਮਰੀ ਚੈੱਕ ਕੀਤੀ ਜਾ ਰਹੀ ਹੈ ਤੇ ਕਈ ਅਹਿਮ ਦਸਤਾਵੇਜ਼ ਬਰਾਮਦ ਕੀਤੇ ਗਏ ਨੇ। ਛਾਪੇਮਾਰੀ ਦੀ ਵੀਡੀਓਗ੍ਰਾਫੀ ਕੀਤੀ ਗਈ ਹੈ। मनोज राठी साडे सहयोगी लगातार जुड़े हुए हैं। मनोज की कुछ पूरी जानकारी किता सीगा ये हुशियारपुर उस दिन भी सेम ਜਿਹੜੀ ਹੈ ਰੇਡ ਕੀਤੀ ਗਈ ਸੀ ਤੇ ਹੁਣ ਦੁਬਾਰਾ ਤੋਂ ਵੀ ਪੁਲਿਸ ਸੋਰਸਿਸ ਜਿਹੜੇ ਜਾਣਕਾਰੀ ਦੇ ਰਹੇ ਕਿ ਦੁਬਾਰਾ ਤੋਂ ਵੀ ਰੇਡ ਕੀਤੀ ਗਈ ਹੈ ਤੇ ਪੈਸੇ ਗਿਣਨ ਦੀ ਜਿਹੜੀ ਮਸ਼ੀਨ ਹੁੰਦੀ ਹੈ ਇਲੈਕਟ੍ਰੋਨਿਕ ਡਿਜੀਟਲ ਮਸ਼ੀਨ ਉਹਨੂੰ ਵੀ ਜਿਹੜਾ ਹੈ ਕਾਬੂ ਕੀਤਾ ਗਿਆ। ਉਹਨਾਂ ਦੇ ਘਰ ਤੋਂ ਜਿਹੜੀ ਜਾਣਕਾਰੀ ਸਾਨੂੰ ਪੁਲਿਸ ਸੋਰਸਿਸ ਦੇ ਰਹੇ ਤੇ ਹੁਣ ਪੂਰੀ ਜਿਹੜੇ ਹੈਗੇ ਉਹਨਾਂ ਦੀ ਪ੍ਰਾਪਰਟੀ ਨੂੰ ਲੈ ਕੇ ਕਿਉਂਕਿ 1 ਕਰੋੜ ਦੀ ਜਿਹੜੀ ਰਿਸ਼ਵਤ ਦੀ ਗੱਲ ਸਾਹਮਣੇ ਆਈ ਹੈ ਕਿਉਂਕਿ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ 2 ਕੇਸਾਂ ਦੀ ਉਹ ਤਾਂ ਅਲੱਗ ਹੈ ਲੇਕਿਨ ਹੁਣ ਜਿਹੜਾ ਨਵਾਂ ਮਾਮਲਾ ਸਾਹਮਣੇ ਆਇਆ ਜਿਹਦੇ ਵਿੱਚ AIG ਮਨਮੋਹਨ ਕੁਮਾਰ ਨੂੰ ਕੇਸ ਦਬਾਉਣ ਦੇ ਕਰਕੇ 1 ਕਰੋੜ ਦੀ ਗੱਲ ਕੀਤੀ ਗਈ ਸੀ ਕਿ ਮੈਨੂੰ ਤੁਸੀਂ ਕੇਸ ਤੋਂ ਕੱਢ ਦਿਓ ਮੈਂ ਤੁਹਾਨੂੰ 1 ਕਰੋੜ ਰੁਪਏ ਜਿਹੜਾ ਹੈਗਾ ਉਹ ਮੈਂ ਤੁਹਾਨੂੰ ਦਊਂਗਾ। ਹੁਣ 1 ਕਰੋੜ ਕਿੱਥੋਂ ਆਇਆ ਜੀ ਜਾ ਰਹੀ ਹੈ ਕਿਹੜੇ ਪੈਸੇ ਕਿੱਥੋਂ ਪੂਰਾ ਜਿਹੜਾ ਹੈਗਾ ਉਹ ਹਿਸਾਬ ਲਿੱਤਾ ਜਾ ਰਿਹਾ ਕਿਉਂਕਿ ਹੁਣ ਇਹ ਸੈਕਸ਼ਨ 8 ਜਿਹੜਾ ਹੈਗਾ ਜਿਹਦੇ ਵਿੱਚ ਇਹ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ ਉਹਦੇ ਵਿੱਚ ਸਾਰੀ ਜਿਹੜੀ ਹੈਗੀ ਉਹ ਜਾਂਚ ਹੁੰਦੀ ਹੈ ਕਿ ਪ੍ਰਾਪਰਟੀ ਨੂੰ ਲੈ ਕੇ ਹੋਰ ਜਿਹੜੇ ਕਿੱਥੋਂ ਆਏ ਪੈਸੇ ਕਿਹਦੇ ਨਾਲ ਸੰਪਰਕ ਹੈ ਘਰ 'ਚ ਕਿਸ ਤਰ੍ਹਾਂ ਦੀ ਚੀਜ਼ਾਂ ਉਹ ਸਾਰੀ ਚੀਜ਼ਾਂ ਨੂੰ ਲੈ ਕੇ ਜਿਹੜੀ ਵਿਜੀਲੈਂਸ ਡਿਪਾਰਟਮੈਂਟ ਹੈ ਉਹ ਸਾਰਾ ਇਨਕੁਆਇਰੀ ਕਰਦੀ ਹੈ। ਇਹ ਸਾਰੀ ਜਿਹੜੀ ਚੀਜ਼ਾਂ ਚੱਲਦੀ ਨਜ਼ਰ ਆ ਰਹੀ ਹੈ ਤਾਂ ਕਹਿ ਸਕਦੇ ਹਾਂ ਕਿ ਜਿਹੜਾ ਅਰੋੜਾ ਦੀ ਜਿਹੜੀ ਮੁਸ਼ਕਿਲ ਹੈ ਅੱਗੇ ਆਉਣ ਵਾਲੇ ਸਮੇਂ 'ਚ ਹੋਰ ਵੀ ਵੱਧ ਸਕਦੀ ਜੀ। ਬਿਲਕੁਲ ਤਾਂ ਮੁਸ਼ਕਿਲਾਂ ਹੋਰ ਵੱਧ ਸਕਦੀਆਂ ਨੇ। ਸ਼ੁਕਰੀਆ ਫਿਲਹਾਲ ਮਨੋਜ ਪੂਰੀ ਜਾਣਕਾਰੀ ਦੇ ਲਈ। ਤਾਂ ਘਰ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ। ਸੁੰਦਰ ਸ਼ਾਮ ਅਰੋੜਾ ਦੇ ਨੋਟ ਗਿਣਨ ਵਾਲੀ ਮਸ਼ੀਨ ਬਰਾਮਦ ਕੀਤੀ ਗਈ ਹੈ। ਇਸ ਮਸ਼ੀਨ ਦੀ ਮੈਮਰੀ ਚੈੱਕ ਕੀਤੀ ਜਾ ਰਹੀ ਹੈ। ਕਈ ਸਾਰੇ ਅਹਿਮ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਨੇ ਤੇ ਮੋਹਾਲੀ ਦੇ ਇੱਕ ਬਿਲਡਰ ਨੂੰ ਵੀ ਤਲਬ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਬਿਲਡਰ ਨੇ ਹੀ 50 ਲੱਖ ਰੁਪਏ ਦਾ ਇੰਤਜ਼ਾਮ ਕਰਕੇ ਦਿੱਤਾ ਸੀ। उधर सिंचाई घोटाले ਦੇ ਵਿੱਚ ਵੀ ਵਿਜੀਲੈਂਸ ਦੀ ਜਾਂਚ ਤੇਜ਼ ਹੋ ਗਈ ਹੈ। ਅੱਜ ਰਿਟਾਇਰਡ IAS ਕਾਂਸਿਕ ਪੰਨੂ ਤੋਂ ਪੁੱਛਗਿੱਛ ਹੋਏਗੀ। 6 ਅਫਸਰਾਂ ਦੀ ਜਾਂਚ ਟੀਮ ਸਵਾਲ ਜਵਾਬ ਕਰੇਗੀ। ਸਿੰਜਾਈ ਵਿਭਾਗ ਦੇ ਵਿੱਚ ਪੰਨੂ ਸਕੱਤਰ ਰਹਿ ਚੁੱਕੇ ਨੇ। ਸਕੱਤਰ ਰਹਿਣ ਦੌਰਾਨ ਟੈਂਡਰਾਂ ਬਾਰੇ ਜਿਹੜੇ ਟੈਂਡਰ ਉਸ ਵੇਲੇ ਜਾਰੀ ਕੀਤੇ ਗਏ ਸੀ ਉਹਨਾਂ ਦੇ ਬਾਰੇ ਪੁੱਛਗਿੱਛ ਹੋਏਗੀ। ਸਿੰਜਾਈ ਘੋਟਾਲੇ 'ਚ ਵਿਜੀਲੈਂਸ ਦੀ ਜਾਂਚ ਤੇਜ਼ ਹੋ ਗਈ ਹੈ। ਕਾਂਸਿਕ ਪੰਨੂ ਤੋਂ ਅੱਜ ਪੁੱਛਗਿੱਛ ਹੋਏਗੀ। ਠੇਕੇਦਾਰ ਗੁਰਿੰਦਰ ਪਾਪਾ ਨੂੰ ਟੈਂਡਰ ਦਿੱਤੇ ਗਏ ਸੀ। ਠੇਕੇਦਾਰ ਦੇ ਬਿਆਨਾਂ ਤੋਂ ਬਾਅਦ ਪੰਨੂ ਤੋਂ ਪੁੱਛਗਿੱਛ ਹੋਣ ਜਾ ਰਹੀ ਹੈ। ਤਾਂ ਵਿਜੀਲੈਂਸ ਦੇ ਵੱਲੋਂ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਸਿੰਜਾਈ ਘੁਟਾਲੇ 'ਚ ਕਾਨ ਸਿੰਘ ਪੰਨੂ ਰਿਟਾਇਰਡ IAS ਅਫਸਰ ਤੋਂ ਅੱਜ ਪੁੱਛਗਿੱਛ ਕੀਤੀ ਜਾਏਗੀ। ਉਧਰ ਪੁੱਛਗਿੱਛ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਵੱਡਾ ਇਲਜ਼ਾਮ ਲਗਾਇਆ। CBI ਦੇ ਵੱਲੋਂ ਪੁੱਛਗਿੱਛ ਕੀਤੀ ਗਈ ਜਿਸ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਕਿਹਾ ਕਿ ਮੇਰੇ ਖਿਲਾਫ ਜੋ ਕੇਸ ਹੈ ਉਹ ਆਪਰੇਸ਼ਨ ਲੋਟਸ ਦਾ ਹੀ ਹਿੱਸਾ ਹੈ। ਮੇਰੇ ਤੇ ਆਮ ਆਦਮੀ ਪਾਰਟੀ ਛੱਡਣ ਦਾ ਦਬਾਅ ਬਣਾਇਆ ਜਾ ਰਿਹਾ ਹੈ। ਮੁੱਖ ਮੰਤਰੀ ਦੇ ਅਹੁਦੇ ਦਾ ਵੀ ਆਫਰ ਮਿਲਿਆ ਹੈ। ਕੱਲ CBI ਨੇ ਮਨੀਸ਼ ਸਿਸੋਦੀਆ ਤੋਂ 9 ਘੰਟੇ ਤੱਕ ਪੁੱਛਗਿੱਛ ਕੀਤੀ। CBI ਨੇ ਹਾਲਾਂਕਿ ਸਿਸੋਦੀਆ ਦੇ ਇਹਨਾਂ ਇਲਜ਼ਾਮਾਂ ਦਾ ਖੰਡਨ ਕੀਤਾ ਹੈ। ਮਨੀਸ਼ ਸਿਸੋਦੀਆ ਨੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਤੇ ਆਮ ਆਦਮੀ ਪਾਰਟੀ ਛੱਡਣ ਦਾ ਦਬਾਅ ਪਾਇਆ ਜਾ ਰਿਹਾ ਹੈ। मैं जानता हूं सारा केस फर्जी है और आज मैंने CBI में 9 घंटे की पूछताछ के दौरान 9 घंटे जो मैं रहा वहां भी मैं समझ गया कि किस तरह से सारा केस फर्जी है और किस तरह से इन्होंने पूरी साजिश की गई है। आज मुझे समझ में आया कि इन्होंने CBI में केस किसी घोटाले की जांच के लिए नहीं करा रखा। इन्होंने CBI में जो मेरे खिलाफ केस करा रखा है वो दिल्ली में एक्चुअली ऑपरेशन लोटस को कामयाब करने के लिए करा रखा है। ये बात पहले भी मुझे बाहर से समझ में आ रही थी लेकिन आज अंदर जाके CBI के हेडक्वार्टर में 9 घंटे तक मेरे को और समझ में आई कि किस तरह से भारतीय जनता पार्टी CBI जैसी एजेंसीज को अनकॉन्स्टिट्यूशनल तरीके से, असंवैधानिक तरीके से, गलत तरीके से दबाव बनाने के लिए यूज कर रही है। साइड में मुझ पर दबाव बनाया गया कि आप छोड़ दो
आप में क्यों हो? मैंने कहा क्यों? बोले ये केस आपके ऊपर ऐसे ही चलते रहेंगे नहीं तो। देखिए, आज तक आपने विश्व में कभी किसी भ्रष्टाचारी को सुना है कि वो इंट्रोगेशन के बाद बाहर आता है और कहता है कि मैं भ्रष्टाचारी था, मुझसे गलती हो गई? वो यही सब कहता है। और देखिए, ये जो ऑपरेशन है, इस ऑपरेशन का नाम है ऑपरेशन नॉन कोऑपरेशन। देखिए, मैं और आप भी नहीं जानते हैं कि सवाल क्या पूछा गया होगा, क्योंकि एक इंडिपेंडेंट अथॉरिटी है। मगर क्या पूछा गया होगा कॉमन सेंस के हिसाब से? यही पूछा गया होगा ना कि ये जो एक्साइज पॉलिसी आपने वापस क्यों ली? इस एक्साइज पॉलिसी के कारण दिल्ली के एक्सचेकर को कितना नुकसान हो रहा था और क्यों नुकसान हुआ? आपने ऐसी पॉलिसी क्यों बनाई जिसमें कैबिनेट का अप्रूवल नहीं था और 144 करोड़ रुपया जो है आपने ठेकेदारों का माफ कर दिया जो आपके मित्र थे? मगर ये जो ऑपरेशन इत्यादि की बातें कर रहे हैं, ये कहीं ना कहीं ये आम आदमी पार्टी, अरविंद केजरीवाल और मनीष सिसोदिया भ्रष्टाचार की आपदा में राजनीति का अवसर ढूंढ रहे हैं।